ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਰੋਨਾ ਦੇ ਜੋ ਕਹਿਰ ਹੈ ਉਹ ਲਗਾਤਾਰ ਵਧਦਾ ਜਾ ਰਿਹਾ। 24 ਘੰਟੇ ਦੌਰਾਨ 357 ਲੋਕਾਂ ਦੀ ਮੌਤ ਹੋ ਗਈ ਹੈ। 24 ਘੰਟੇ 'ਚ 9996 ਲੋਕਾਂ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਪਾਈ ਗਈ। ਦੇਸ਼ 'ਚ ਹੁਣ ਤੱਕ ਕਰੋਨਾ ਪੀੜਤਾਂ ਦਾ ਆંકੜਾ 2,86,000 ਤੋਂ ਪਾਰ ਪਹੁੰਚ ਚੁੱਕਿਆ ਹੈ। ਸੋ ਪੂਰੇ ਦੇਸ਼ ਦੇ ਕਰੋਨਾ ਦੇ ਆંકੜੇ ਤੁਸੀਂ ਟੀਵੀ ਸਕਰੀਨ ਦੇ ਉੱਪਰ ਐਨਬੀ ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਕਿ ਜੋ ਕਰੋਨਾ ਦਾ ਕਹਿਰ ਹੈ ਉਹ ਲਗਾਤਾਰ ਜਾਰੀ ਹੈ। 24 ਘੰਟੇ 'ਚ 357 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ 24 ਘੰਟੇ ਦੇ ਦੌਰਾਨ 9996 ਲੋਕਾਂ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਪਾਈ ਗਈ। ਸੋ ਜੇਕਰ ਪੂਰੇ ਆંકੜੇ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੇ ਅੰਦਰ ਜੋ ਕਰੋਨਾ ਦੇ ਆંકੜੇ ਨੇ ਉਹ 2,86,000 ਤੋਂ ਪਾਰ ਪਹੁੰਚ ਚੁੱਕੇ ਨੇ। ਸੋ ਤੁਹਾਨੂੰ ਦੱਸ ਦਈਏ ਕਿ ਕਰੋਨਾ ਮਹਾਮਾਰੀ ਇੱਕ ਵੱਡੀ ਚਿੰਤਾ ਬਣਦੀ ਜਾ ਰਹੀ ਹੈ। ਹਾਲਾਂਕਿ ਲੋਕਾਂ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਸਰਕਾਰਾਂ ਕਈ ਰਾਹਤਾਂ ਵੀ ਦੇ ਰਹੀਆਂ ਨੇ, ਪਰ ਉਸ ਤੋਂ ਬਾਅਦ ਜੋ ਆંકੜੇ ਨੇ ਉਹਨਾਂ ਦੇ ਵਿੱਚ ਵੀ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਕਰੋਨਾ ਮਹਾਮਾਰੀ ਦੇ ਚੱਲਦੇ ਲਾਕਡਾਊਨ ਕੀਤਾ ਹੋਇਆ ਸੀ ਤੇ ਹੁਣ ਅਨਲੌਕ 1 ਦੇ ਪੜਾਅ ਦੇ ਤਹਿਤ ਕਈ ਰਾਹਤਾਂ ਦਿੱਤੀਆਂ ਗਈਆਂ ਨੇ, ਜਿਸ ਤੋਂ ਬਾਅਦ ਕਰੋਨਾ ਮਹਾਮਾਰੀ ਲਗਾਤਾਰ ਫੈਲ ਰਹੀ ਹੈ ਤੇ ਆંકੜਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ। ਸੋ ਜੇਕਰ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ 357 ਲੋਕਾਂ ਦੀ 24 ਘੰਟੇ ਦੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਨਾਲ ਹੀ 9996 ਲੋਕਾਂ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਪਾਈ ਹੈ 24 ਘੰਟੇ ਦੇ ਦੌਰਾਨ। ਇਸ ਦੇ ਨਾਲ ਹੀ ਜੇਕਰ ਦੇਸ਼ ਦੇ ਆંકੜੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕਰੋਨਾ ਪੀੜਤਾਂ ਦਾ ਆંકੜਾ 2,86,000 ਤੋਂ ਪਾਰ ਪਹੁੰਚ ਚੁੱਕਿਆ ਹੈ। ਸੋ ਆંકੜੇ ਲਗਾਤਾਰ ਵਧਦੇ ਜਾ ਰਹੇ ਨੇ। ਹਾਲਾਂਕਿ ਸਰਕਾਰ ਵੱਲੋਂ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਣ ਦੀ ਅਪੀਲ ਵੀ ਲਗਾਤਾਰ ਕੀਤੀ ਜਾ ਰਹੀ ਹੈ, ਪਰ ਉਸ ਤੋਂ ਬਾਅਦ ਵੀ ਜੋ ਰਾਹਤਾਂ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਆંકੜੇ ਵੀ ਵੱਧ ਰਹੇ ਨੇ। ਸੋ ਵੱਡੀ ਚਿੰਤਾ ਬਣਿਆ ਹੈ ਕਰੋਨਾ ਮਹਾਮਾਰੀ, ਕਿਉਂਕਿ ਜ਼ਿਆਦਾ ਸਮੇਂ ਤੱਕ ਲਾਕਡਾਊਨ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਲੋਕਾਂ ਦਾ ਕੰਮਕਾਰ ਪ੍ਰਭਾਵਿਤ ਹੋ ਰਿਹਾ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਰਾਹਤਾਂ ਦਿੱਤੀਆਂ। ਅਨਲੌਕ 1 ਦੇ ਪੜਾਅ ਦੇ ਤਹਿਤ ਕਈ ਵੱਡੀਆਂ ਰਾਹਤਾਂ ਮਿਲੀਆਂ, ਪਰ ਉਸ ਤੋਂ ਬਾਅਦ ਆંકੜਿਆਂ ਵਿੱਚ ਵੀ ਇਜ਼ਾਫਾ ਹੋਇਆ। ਸੋ ਇਹ ਵੱਡੀ ਚਿੰਤਾ ਬਣੀ ਹੋਈ ਹੈ ਕਰੋਨਾ ਮਹਾਮਾਰੀ ਹਰੇਕ ਸੂਬੇ ਦੇ ਲਈ, ਤੇ ਲਗਾਤਾਰ ਇਸ ਨਾਲ ਨਜਿੱਠਣ ਲਈ ਵੱਖੋ-ਵੱਖ ਉਪਰਾਲੇ ਕੀਤੇ ਜਾ ਰਹੇ ਨੇ। ਸੋ ਤੁਹਾਨੂੰ ਦੱਸ ਦਈਏ ਕਿ ਕਰੋਨਾ ਦਾ ਜੋ ਕਹਿਰ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ, ਆંકੜਿਆਂ ਦੇ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ। 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਅੰਦਰ 357 ਲੋਕਾਂ ਦੀ ਮੌਤ ਹੋ ਚੁੱਕੀ ਹੈ 24 ਘੰਟੇ ਦੇ ਦੌਰਾਨ ਭਾਰਤ ਦੇ ਅੰਦਰ। ਇਸ ਦੇ ਨਾਲ ਹੀ 9996 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ। ਸੋ ਆંકੜੇ ਜੋ ਸਾਹਮਣੇ ਆ ਰਹੇ ਨੇ ਉਹ ਹੈਰਾਨੀਜਨਕ ਨੇ, ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ, ਕਿਉਂਕਿ ਹਾਲੇ ਤੱਕ ਇਸ ਦੀ ਕੋਈ ਵੈਕਸੀਨ ਨਹੀਂ ਬਣੀ। ਪਰ ਉਸ ਤੋਂ ਬਾਅਦ ਜੋ ਆંકੜੇ ਵੱਧ ਰਹੇ ਨੇ ਉਹ ਜ਼ਰੂਰ ਪ੍ਰਸ਼ਾਸਨ ਦੀ, ਸਰਕਾਰਾਂ ਦੀ ਚਿੰਤਾ ਵਧਾਉਂਦੇ ਨਜ਼ਰ ਆ ਰਹੇ ਨੇ। ਪਰ ਇਸ ਤੋਂ ਤਾਂ ਹੀ ਬਚਿਆ ਜਾ ਸਕਦਾ ਜੇ ਹਰੇਕ ਕੋਈ ਵਿਅਕਤੀ ਸੈਲਫ ਪ੍ਰੀਕਾਸ਼ਨ ਲਏਗਾ, ਖੁਦ ਧਿਆਨ ਰੱਖਣਾ ਪਏਗਾ ਸੋਸ਼ਲ ਡਿਸਟੈਂਸਿੰਗ ਦਾ, ਸੈਨੀਟਾਈਜ਼ਰ ਨਾਲ ਸਾਫ਼ ਕਰਨੇ ਪੈਣਗੇ ਬਾਰ-ਬਾਰ ਹੱਥ। ਤੇ ਨਾਲ ਹੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਚਾਹੇ ਜੇ ਕੋਈ ਸਿੰਪਟਮਸ ਹੈਗੇ ਨੇ ਜੋ ਸਰਕਾਰ ਦੀਆਂ ਗਾਈਡਲਾਈਨਾਂ ਦੇ ਦੌਰਾਨ ਦਿੱਤੇ ਜਾ ਰਹੇ ਨੇ, ਕਿ ਜੇਕਰ ਵੱਖ-ਵੱਖ ਤੁਹਾਡੇ ਕੋਲ ਸਿੰਪਟਮ ਤੁਹਾਡੇ 'ਚ ਪਾਏ ਜਾਂਦੇ ਨੇ ਤਾਂ ਤੁਰੰਤ ਮੈਡੀਕਲ ਸਹੂਲਤ ਲੈਣੀ ਵੀ ਲਾਜ਼ਮੀ ਹੈ। ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਅੰਦਰ ਕਰੋਨਾ ਦੇ ਜੋ ਆંકੜੇ ਨੇ 24 ਘੰਟੇ ਦੇ ਦੌਰਾਨ 357 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹੋਰ ਵਧੇਰੇ ਜਾਣਕਾਰੀ ਲਵਾਂਗੇ। ਸਾਡੇ ਨਾਲ ਦਿੱਲੀ ਤੋਂ ਸਾਡੇ ਸਹਿਯੋਗੀ ਰਾजीव तिवारी फोन लाइन पर मौजूद ने। राजीव, जो आंकड़ों में इजाफा होता नज़र आ रहा है दिन प्रतिदिन, जो आंकड़ों में बढ़ोतरी होती जा रही है, आखिर चिंता बनती जा रही है दिल्ली सरकार के लिए, पूरे देश के लिए? जी राजीव, जो आंकड़ों में बढ़ोतरी हो रही है, लगातार बढ़ते जा रहे हैं आंकड़े, और सोशल डिस्टेंसिंग की अगर हम बात करें तो सोशल डिस्टेंसिंग का लोग कितना उसकी पालना कर रहे हैं? तो ਤੁਹਾਨੂੰ ਦੱਸ ਦਈਏ ਕਿ 24 ਘੰਟੇ ਦੇ ਦੌਰਾਨ 357 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆંકੜੇ 24 ਘੰਟਿਆਂ ਦੇ ਦੌਰਾਨ ਜੋ ਸਾਹਮਣੇ ਆ ਰਹੇ ਨੇ ਉਹ ਹੈਰਾਨੀਜਨਕ ਨੇ। 9996 ਲੋਕਾਂ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਪਾਈ ਗਈ ਹੈ। ਨਾਲ ਹੀ ਜੇਕਰ ਕੁੱਲ ਆंकੜੇ ਦੀ ਗੱਲ ਕੀਤੀ ਜਾਵੇ 2,86,000 ਦੇ ਪਾਰ ਪਹੁੰਚ ਚੁੱਕਿਆ ਆंकड़ा।
इसी के साथ हमारे विशेष संवाददाता मुरारी सिंह मुंबई से हमारे साथ फोन लाइन पर मौजूद हैं। मुरारी, जो आंकड़ों में लगातार बढ़ोतरी होती जा रही है और दिन प्रतिदिन बढ़ते ही जा रहे हैं आंकड़े, क्या सोशल डिस्टेंसिंग का पालना नहीं की जा रही लोगों की तरफ से? देखिए, अगर मुंबई की बात करें तो यहाँ पर बड़े पैमाने पर लॉकडाउन में छूट दी गई। आज की आंकड़े लगातार बढ़ते जा रहे हैं। दूसरी एक वजह भी बताई जा रही है कि मरीजों को सही समय पर उन्हें अस्पताल में एडमिट नहीं कराया जा रहा है, सही समय पे उन्हें आइसोलेट नहीं किया जा रहा है। एक वजह ये भी है। हालांकि पिछले 24 घंटे में जो रिजल्ट आए हैं वो जरूर महाराष्ट्र सरकार के लिए चिंता का विषय है, क्योंकि 149 लोगों की 24 घंटे में मौत हो गई है। जबकि मुंबई की बात करें तो 24 घंटे में 97 लोगों की मौत हुई है। और सबसे ज्यादा जो आंकड़ा है वो मुंबई के धारावी, वर्ली और हिंद माता दादर के इलाके से ऐसे केसेस आ रहे हैं जो इन दिनों बीएमसी सहित महाराष्ट्र सरकार के लिए काफी मुसीबत बनी हुई है। जी जी मुरारी जी, आपका बहुत बहुत धन्यवाद इस तमाम जानकारी देने के लिए। इसी के साथ हमारे साथ दिल्ली से हमारे संवाददाता राजीव तिवारी भी फोन लाइन पर मौजूद हैं, उनसे भी जानकारी लेंगे। राजीव, दिल्ली के हालात कैसे हैं? लगातार वहाँ मामले जो बढ़ते जा रहे हैं, हालांकि वहाँ पे राहतें जरूर दी जा रही हैं दिल्ली सरकार की ओर से, लेकिन फिर भी जो आंकड़े हैं उनमें बढ़ोतरी होती जा रही है। देखिए, बिल्कुल बता दें, जिस तरीके से दिल्ली के अंदर जो स्थिति है वो कहीं ना कहीं बहुत ज्यादा डरावनी होती चली जा रही है, क्योंकि लगातार कोरोना पेशेंटों की जो गिनती है वो बढ़ती चली जा रही है। हर तरीके से सरकार कोशिश जरूर कर रही है, कहीं ना कहीं सरकार कोरोना वायरस को जो फैलने से रोक नहीं पा रही है, क्योंकि लगातार आंकड़े जो है वो बढ़ते चले जा रहे हैं। तो कहीं ना कहीं ये जरूर है कि हर तरीके से आंकड़े जो बड़े हैं वो कहीं ना कहीं चौंकाने वाले हैं, क्योंकि लगभग 33,000 पार हो चुका है दिल्ली का जो आंकड़ा है वो कहीं ना कहीं 24 घंटे के अंदर 1500 के करीब कोरोना पेशेंटों की जो गिनती है वो आई है। तो कहीं ना कहीं ये जरूर है सरकार को इसके लिए कोई एक्शन लेना होगा कहीं ना कहीं इसको रोकने के लिए। मगर इस तरीके से जनता अवेयरनेस दिख रही है कि यानी कि सोशल डिस्टेंसिंग पालन नहीं कर रही है, या फिर कई जगहों पे तो मास्क नहीं लगाया जा रहा। तो कहीं ना कहीं ये जरूर जनता को। राजीव, जो दिल्ली में आंकड़े बढ़ते जा रहे हैं उसके मद्देनजर दिल्ली सरकार की ग्राउंड लेवल की रिपोर्ट कैसे है कि उन्होंने पूरी तैयारियां कर रखी हैं कि आने वाले दिनों में अगर जो आंकड़े और बढ़ते हैं तो उनकी तैयारियां प्रॉपर हैं वहां पे? देखिए, बिल्कुल बता दें, जिस तरीके से दिल्ली सरकार अपनी गाइडलाइन जो जारी कर चुकी है और गाइडलाइन के द्वारा बताया जा रहा है कि हमने ये सुरक्षा मुहैया करा रखी है, सैनिटाइजर किया जा रहा है, मार्केटों को सैनिटाइजर किया जा रहा है। मतलब कहीं ना कहीं ये जरूर है। ग्राउंड लेवल की बात करें तो कहीं ना कहीं दिल्ली सरकार इसके अंदर विफल नजर आ रही है, क्योंकि दिल्ली सरकार ने लाख दावे किए हों मगर कहीं ना कहीं इसका उल्लंघन जरूर है, क्योंकि लाख दावे करने के बावजूद भी दिल्ली की जो गिनती है वो यानी कि लगातार बढ़ रही है। तो सरकार को सोचना होगा कि जो उन्होंने अनलॉक किया है, यानी कि 5वें लॉकडाउन को जो अनलॉक किया गया है वो शायद उनको महंगा पड़ सकता है। मतलब कहीं ना कहीं ये जरूर है कि दिल्ली सरकार को सोचने के साथ साथ लॉकडाउन दोबारा लगाने की स्थिति आ सकती है, क्योंकि ग्राउंड लेवल पर कोई भी ऐसी स्थिति नहीं है जिससे कह सकते हैं कि दिल्ली की जनता को कोरोना वायरस से बचाया जा सके। जी बिल्कुल राजीव, आपका बहुत बहुत धन्यवाद इस तमाम जानकारी देने के लिए। जो आंकड़े हैं उनमें लगातार बढ़ोतरी होती जा रही है, जो दिल्ली सरकार के लिए एक बड़ी चिंता बनी हुई है कोरोना महामारी।